ਇਹ ਚ ਅਸੀਂ ਕਹਿੰਦੇ ਕਿ ਜਦੋਂ ਐਸਐਚ ਗੈਲਵੇਨੋਮੀਟਰ ਦੀ ਰਿਫਲੈਕਸ਼ਨ 0 ਆਂਦੀ ਤੇ ਡਿਵਾਈਸ ਬੈਲੈਂਸ ਸਟੇਟ ਚ ਤੇ ਬੈਲੈਂਸ ਸਟੇਟ ਦੇ ਅੰਦਰ ਕੰਡੀਸ਼ਨ ਆਪਣੇ ਕੋਲ ਸੀਗੀ P/Q = R/S। इस फॉर्मूले च वैल्यू पुट अप कर लो तो देयरफॉर अपने को कंडीशन आ जाएगी L * R/100 - L * R = R/S ਤੇ ਆ ਜਿਹੜੀ ਅਨਨੋਨ ਆਪਣੇ ਕੋਲੋਂ ਅਸਿਊਮ ਕੀਤੀ ਜੋ ਨਿਕਲ ਜਾਣੀ ਅਲਟੀਮੇਟਲੀ S ਤੁਸੀਂ ਲੱਭਣਾ ਵਾ S ਤੁਹਾਡੀ ਉਹ ਪੋਰਸ਼ਨ ਸੀਗਾ ਮੈਟਲ ਵਾਇਰ ਦਾ ਜਿਹਦੀ ਰੈਜ਼ਿਸਟੈਂਸ ਅਸੀਂ ਫਾਈਂਡ ਆਊਟ ਕਰਦੇ ਪਏ R ਅਸੀਂ ਸ਼ੁਰੂ ਤੋਂ ਐਡਜਸਟ ਕੀਤੀ ਸੀ 2 ohm ਜਾਂ 5 ohm ਇਸ ਲਈ R ਦੀ ਵੈਲਿਊ ਨੋਨ ਆ L सेंटीमीटर ਦੀ ਰੈਜ਼ਿਸਟੈਂਸ ਕਿੰਨੀ ਸੀ ਉਹ ਇਤੋਂ ਮੈਨੂੰ ਵਾਇਰ ਦੀ ਲੈਂਥ ਮਿਲ ਜਾਣੀ ਹੈ ਕਿ 33 ਸੈਂਟੀਮੀਟਰ ਕੇ 49 ਆ ਠੀਕ ਹੈ ਸੋ L ਪੋਰਸ਼ਨ ਇਹਦੇ ਵਿੱਚ ਮੇਰੇ ਕੋਲ ਨੋਨ ਆ ਫਾਰਮੂਲਾ ਬਣ ਗਿਆ R * 100 - L/L ਹੁਣ R ਸ਼ੁਰੂ ਤੋਂ ਐਡਜਸਟ ਕੀਤੀ ਹੋਈ ਹੈ ਸਾਡੀ L ਸਾਨੂੰ ਪਤਾ ਲੱਗ ਗਿਆ 42 ਸੈਂਟੀਮੀਟਰ ਕੇ ਕਿੰਨਾ ਜੇ L ਪਤਾ ਤੇ 100 L ਵੀ ਪਤਾ ਇਹਨਾਂ ਤਿੰਨਾਂ ਵੇਰੀਏਬਲ ਦੀ ਵੈਲਿਊ ਪੁੱਟ ਅਪ ਕਰ ਲਓ ਤੇ ਇਸ ਅਨਨੋਨ ਮੈਟਲ ਵਾਇਰ ਦੀ ਰੈਜ਼ਿਸਟੈਂਸ ਤੁਸੀਂ ਪ੍ਰੈਕਟੀਕਲੀ ਫਾਈਂਡ ਆਊਟ ਕਰਦੇ क्या इना क्लियर? हाँ जी सर। किसी ने कोई स्टेप का डाउट होगा तो एक बार बोल दो। हाँ जी क्लियर है? यस। चलो नेक्स्ट आना जेड़ा टॉपिक बेटा ਤੁਹਾਡੇ ਕੋਲ टॉपिक आएगा ਤੁਹਾਡੇ ਕੋਲ नेक्स्ट जेड़ा वो हैगा जी पोटेंशियोमीटर ਹੁਣ ਅਗਲੇ ਜਿਹੜੇ ਟੌਪਿਕ ਆ ਠੀਕ ਹੈ ਜੀ ਉਹ पोटेंशियोमीटर ਦੀਆਂ ਐਪਲੀਕੇਸ਼ਨਸ ਆ ਤੇ ਪਹਿਲਾਂ ਆਪਾਂ ਇਹ ਸਮਝਿਆ पोटेंशियोमीटर ਆਪਾਂ ਕਿਸ ਡਿਵਾਈਸ ਨੂੰ ਕਹਿੰਦੇ और फिर ਇਹਦਾ ਯੂਜ਼ ਕੀ ਆਏਗਾ पोटेंशियोमीटर है ना पोटेंशियो वर्ड ਦਾ ਮਤਲਬ ਆਪਣੇ ਆਪ ਚਾਹੁੰਦਾ पोटेंशियल डिफरेंस यानी ਜੇ ਸਰਕਟ ਦੇ ਅੰਦਰ ਮੈਂ पोटेंशियल डिफरेंस ਮੇਜ਼ਰ ਕਰਨਾ ਤੇ ਜਿਹੜਾ ਮੈਂ ਮੀਟਰ ਯੂਜ਼ ਕਰਨਾ ਉਹਦੇ ਲਈ ਉਹਨੂੰ ਸੇ ਪੋਟੈਂਸ਼ੀਓਮੀਟਰ ਕਹਿੰਦੇ ਉਹ ਕਹਿੰਦਾ ਪੁੱਤ ਫਿਰ ਪੋਟੈਂਸ਼ੀਓਮੀਟਰ ਤੇ ਵੋਲਟਮੀਟਰ ਇਹਨਾਂ ਦੋਨਾਂ ਚ ਫਰਕ ਕੀ ਹੈਗਾ ਗੱਲ ਸਮਝੇ ਜਾਣਾ ਜੋ ਦੱਸਣ ਲੱਗਿਆ ਜੇ ਮੇਰੇ ਕੋਲ ਆ ਇੱਕ ਰੈਜ਼ਿਸਟਰ ਹੈਗੀ ਆ ਇਸ ਰੈਜ਼ਿਸਟਰ ਨੂੰ ਮੈਂ ਇੱਕ ਬੈਟਰੀ ਨਾਲ ਤੇ ਇੱਕ 1 ਵੇ ਕੀ ਨਾਲ ਅਟੈਚ ਕਰਨਾ ਔਰ ਮੈਂ ਜਦੋਂ ਇਹਦੇ ਕ੍ਰਾਸ ਕਰੰਟ ਇਥੋਂ ਕੀ ਪ੍ਰੈਸ ਕਰਕੇ ਇਥੋਂ ਕਰੰਟ ਸੈਂਡ ਕਰਨਾ ਸ਼ੁਰੂ ਕੀਤਾ ਮੰਨ ਲਓ ਇਸ ਰੈਜ਼ਿਸਟਰ ਦੇ ਆ ਦੋ ਟਰਮੀਨਲ A ਤੇ B ਦੇ ਕ੍ਰਾਸ ठीक है थोड़ा आई एम्पियर करंट निकलना वायर दी रेजिस्टेंस मेरी R आ ਤੇ ਆਪਾਂ ਇਹ ਚੀਜ਼ ਅੱਗੇ ਦੱਸੀ ਹੋਈ ਹੈ ਕਿ ਰੈਜ਼ਿਸਟਰ ਦੀ ਇਹ ਪ੍ਰਾਪਰਟੀ ਹੈ ਕਰੰਟ ਨੂੰ ਅਪੋਜ਼ ਕਰਦੀ ਹੈ ਕਰੰਟ ਨਹੀਂ ਨਿਕਲਣ ਦਿੰਦੀ ਪਰ ਇਸ ਬੈਟਰੀ ਦੀ ਹੈਲਪ ਨਾਲ ਠੀਕ ਹੈ ਜੀ ਕਰੰਟ ਨੇ ਐਸਐਚ ਤੇ ਕੁਝ ਵਰਕ ਕਰਕੇ ਇਥੋਂ ਦੀ ਕਰੰਟ ਨੇ ਨਿਕਲ ਜਾਣਾ ਮਤਲਬ ਚਾਰਜ ਨੇ A ਪੁਆਇੰਟ ਤੋਂ B ਤੱਕ ਜਾਂ B ਤੋਂ A ਤੱਕ ਇਲੈਕਟ੍ਰੋਨ ਨੇ ਫਲੋ ਕਰਕੇ ਆਣਾ ਉਹਦੇ ਲਈ ਬੈਟਰੀ ਉਹਦੇ ਲਈ ਮਦਦ ਕਰਦੀ ਪਈ ਯਾਨੀ ਬੈਟਰੀ ਉਹਦੇ ਲਈ ਹੈਲਪਫੁਲ ਹੋ ਰਹੀ ਤੇ ਫਿਰ ਜਿੰਨਾ ਬੈਟਰੀ ਨੇ ਤੇ ਵਰਕ ਕੀਤਾ ਉਹਦੇ ਲਈ ਅਸੀਂ ਫਾਰਮੂਲਾ ਲਿਖਦੇ ਜਿਹੜਾ ਇੱਥੇ ਵਰਕ ਹੋਇਆ ਠੀਕ ਹੈ ਜੀ ਉਹਨੂੰ ਅਸੀਂ ਲਿਖ ਦਿੰਦੇ B = IR ਦੇ ਬਰਾਬਰ ਵਰਕ ਹੋਇਆ ਤੇ ਜੇ ਮੈਂ ਇਸ ਪੋਟੈਂਸ਼ੀਅਲ ਡਿਫਰੈਂਸ ਨੂੰ ਮੇਜ਼ਰ ਕਰਨਾ ਜਿਹਨੂੰ ਵਰਕ ਕਹਿੰਦੇ ਨੇ ਅਸੀਂ ਕਹਿੰਦੇ ਜੀ A ਤੇ B ਟਰਮੀਨਲ ਦੇ ਕ੍ਰਾਸ ਨਾ ਤੁਸੀਂ ਵੋਲਟਮੀਟਰ ਲਾ ਦਿਓ A ਤੇ B ਟਰਮੀਨਲ 'ਚ ਤੁਸੀਂ ਵੋਲਟਮੀਟਰ ਲਾ ਦਿਓ ਠੀਕ ਹੈ ਤੇ ਵੋਲਟਮੀਟਰ ਮੈਨੂੰ ਇਹ ਮੇਜ਼ਰ ਕਰ ਦੇਗਾ A ਤੇ B ਦੇ ਅਕ੍ਰੋਸ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਬਣਿਆ ਹੁਣ ਜੇ ਮੈਂ ਪੋਟੈਂਸ਼ੀਅਲ ਡਿਫਰੈਂਸ ਮੇਜ਼ਰ ਕਰਨਾ ਤੇ ਆਪਾਂ ਕਿਹਾ ਵੋਲਟਮੀਟਰ ਲਗਾ ਕੇ ਮੇਜ਼ਰ ਹੋ ਜੂ ਪਰ ਬੱਚੇ ਗੱਲ ਇੱਥੇ ਜੋੜਨ ਲੱਗਿਆ ਕਿ ਜਿਹੜਾ ਕੰਮ ਤੁਸੀਂ ਐਸਐਚ ਵੋਲਟਮੀਟਰ ਤੋਂ ਲੈ ਸਕਦੇ ਜੇ ਮੈਂ ਵੋਲਟਮੀਟਰ ਦੀ ਜਗ੍ਹਾ ਤੇ ਇੱਥੇ ਆ ਕਹਿਦਾ ਕਿ ਵੀ ਇੱਥੇ ਮੇਰਾ ਇੱਕ ਪੋਟੈਂਸ਼ੀਓਮੀਟਰ ਦਾ ਪੂਰਾ ਸਰਕਟ ਲੱਗਿਆ ਤੇ ਮੈਂ ਵੋਲਟੇਜ ਪੋਟੈਂਸ਼ੀਓਮੀਟਰ ਦੀ ਹੈਲਪ ਨਾਲ ਮੇਜ਼ਰ ਕਰਦਾ ਪਿਆ आवाज आ रही मेरी हाँ जी सर यस सर सर ऑडियो नहीं आंदी पे बिल्कुल सुखदीप जी फिर तुसी देखो ਤੁਹਾਡੇ ਵਾਲੇ ਪਾਸੇ ਕੀ ਨੈਟਵਰਕ ਦੀ ਪ੍ਰੋਬਲਮ ਆ ਮੇਰੇ ਵੱਲੋਂ ਤਾਂ ਬਹੁਤ ਸਾਰੇ ਆਵਾਜ਼ ਆ ਰਹੀ आ रही आवाज हाँ जी सर ਰਹਿਮੀ ਟੁੱਟ ਗਈ ਨਹੀਂ ਚੱਲ ਇੱਥੇ ਜਿਹੜਾ ਲੱਗਿਆ ਹੋਇਆ ਸਾਡੇ ਕੋਲ ਠੀਕ ਹੈ ਇਹਨੂੰ ਅਸੀਂ ਕਹਿੰਦੇ ਜੀ ਜੇ ਪੋਟੈਂਸ਼ੀਓਮੀਟਰ ਹੋਵੇ ਤੇ ਇਸ ਰੈਜ਼ਿਸਟਰ ਦਾ ਪੋਟੈਂਸ਼ੀਅਲ ਡਿਫਰੈਂਸ ਤੁਸੀਂ ਪੋਟੈਂਸ਼ੀਓਮੀਟਰ ਨਾਲ ਜੇ ਮੇਜ਼ਰ ਕਰਦੇ ਕਹਿੰਦਾ ਫਿਰ ਫਰਕ ਕੀ ਹੈ ਅਸੀਂ ਡਿਫਾਈਨ ਕਰ ਦਿੰਦੇ ਕਿ ਪੋਟੈਂਸ਼ੀਓਮੀਟਰ will give the more accurate reading as compared to that of the voltmeter ਕਹਿੰਦਾ ਵੀ ਇਦਾਂ ਕਿਉਂ ਉਹਦਾ ਕਾਰਨ ਇਹ ਹੋਏਗਾ ਕਿ ਜਦੋਂ ਅਸੀਂ ਇੱਥੇ ਵੋਲਟਮੀਟਰ ਲਗਾਉਂਦੇ ਨਾ ਜਦੋਂ ਅਸੀਂ ਇੱਥੇ ਵੋਲਟਮੀਟਰ ਲਗਾਉਂਦੇ ਆ ਤੇ ਪੁੱਤ ਵੋਲਟਮੀਟਰ ਜੇ ਤੇ ਆਈਡੀਅਲ ਹੋਵੇ ਜੇ ਆਈਡੀਅਲ ਵੋਲਟਮੀਟਰ ਹੋਵੇ
ਤੇ ਫਿਰ ਉਹਦੀ ਰੈਜ਼ਿਸਟੈਂਸ ਆਪਣੇ ਆਪ 'ਚ ਇਨਫਾਈਨਾਈਟ ਹੁੰਦੀ ਹੈ। ਇਸ ਲਾਈਨ ਦਾ ਮਤਲਬ ਆ ਜਦੋਂ ਕਰੰਟ ਇਸ ਪੁਆਇੰਟ A ਤੇ ਆਣਾ, ਜਦੋਂ ਕਰੰਟ ਇਸ A ਪੁਆਇੰਟ ਤੇ ਆਣਾ ਤੇ ਕਰੰਟ ਨੇ ਦੋ ਪਾਸੇ ਜਾਣਾ, ਠੀਕ ਹੈ ਜੀ, ਇੱਕ ਆ ਰੈਜ਼ਿਸਟਰ 'ਚ ਜਾਣਾ, ਇੱਕ ਵੋਲਟ ਮੀਟਰ ਵਾਲੀ ਰੈਜ਼ਿਸਟਰ 'ਚ ਜਾਣਾ। ਪਰ ਜੇ ਵੋਲਟ ਮੀਟਰ ਦੀ ਰੈਜ਼ਿਸਟੈਂਸ ਇਨਫਾਈਨਾਈਟ ਹੋਈ ਤੇ ਫਿਰ ਕੋਈ ਵੀ ਕਰੰਟ ਦਾ ਪੋਰਸ਼ਨ A ਪੁਆਇੰਟ ਤੋਂ, ਠੀਕ ਹੈ, ਕਿਉਂਕਿ ਰੈਜ਼ਿਸਟੈਂਸ ਦਾ ਫਾਰਮੂਲਾ V/I ਆ, ਜੇ R ਇਨਫਾਈਨਾਈਟ ਹੋ ਗਿਆ ਤੇ ਉੱਥੇ ਕਰੰਟ ਜ਼ੀਰੋ ਆ, ਕਿਉਂਕਿ ਸਮਥਿੰਗ ਬਸ ਜ਼ੀਰੋ ਇਨਫਾਈਨਾਈਟ ਹੁੰਦਾ। ਇਹਦਾ ਮਤਲਬ ਹੋ ਗਿਆ ਕਿ ਫਿਰ ਜੇ ਐਸਐਚ ਇਹਦੀ ਰੈਜ਼ਿਸਟੈਂਸ ਇਨਫਾਈਨਾਈਟ ਆ ਤੇ ਇਧਰੋਂ ਜੇ 10 ਐਂਪੀਅਰ ਕਰੰਟ ਆਂਦਾ ਪਿਆ ਤੇ ਇੱਥੇ 10 ਦਾ 10 ਐਂਪੀਅਰ ਕਰੰਟ ਇਸ ਰੈਜ਼ਿਸਟਰ 'ਚ ਜਾਊਗਾ ਤੇ ਇੱਥੇ 10 R ਦੇ ਬਰਾਬਰ ਉਹ ਆਪਣੀ ਵੋਲਟੇਜ ਬਣਾਊਗਾ। ਪਰ ਜੇ ਇਹ ਚੀਜ਼ ਐਸਐਚ ਪ੍ਰੈਕਟੀਕਲੀ ਨਾ ਹੋ ਪਾਈ, ਕਿਉਂਕਿ ਜਿਹੜੇ ਪ੍ਰੈਕਟੀਕਲ ਵੋਲਟ ਮੀਟਰ ਉਹਦੀ ਰੈਜ਼ਿਸਟੈਂਸ ਇਨਫਾਈਨਾਈਟ ਨਹੀਂ ਹੁੰਦੀ, ਉਹਦੀ ਰੈਜ਼ਿਸਟੈਂਸ ਹਾਈ ਜ਼ਰੂਰ ਹੁੰਦੀ ਹੈ ਪਰ ਇਨਫਾਈਨਾਈਟ ਨਹੀਂ ਹੁੰਦੀ। ਉਹਦਾ ਮਤਲਬ ਇਹ ਹੋਇਆ ਕਿ A ਪੁਆਇੰਟ ਤੇ ਆ ਕੇ ਕਰੰਟ ਦੋ ਪਾਰਟ 'ਚ ਡਿਵਾਈਡ ਹੋਣਾ ਹੀ ਹੋਣਾ। ਇਹਦਾ ਮਤਲਬ 10 ਐਂਪੀਅਰ ਦੇ ਵਿੱਚੋਂ ਜੇ ਅਸੀਂ ਇਹ ਮੰਨੀਏ 8 ਐਂਪੀਅਰ ਇੱਧਰ ਚਲਾ ਗਿਆ ਤੇ 2 ਐਂਪੀਅਰ ਉੱਪਰ ਚਲਾ ਗਿਆ ਤੇ ਇਹ 'ਚ ਮੇਜਰ ਹੋਣ ਵਾਲੀ ਵੋਲਟੇਜ ਜਿਹੜੀ ਕਿ 10R ਬਣਨੀ ਸੀਗੀ ਉਹ ਮੇਰੇ ਕੋਲ ਐਸਐਚ 8R ਆਈ। ਇਹਦਾ ਮਤਲਬ ਜਿੰਨੀ ਵੋਲਟੇਜ ਅਸਲ 'ਚ ਇਹਦੇ ਅਕ੍ਰੋਸ ਆਣੀ ਸੀਗੀ ਹਨਾ, ਇਸ ਡਿਵਾਈਸ ਨੇ ਉਨੀ ਵੋਲਟੇਜ ਅਸਲ 'ਚ ਨਹੀਂ ਦਿਖਾਈ, ਉਹਦੇ ਨਾਲੋਂ ਇਹ ਵੋਲਟੇਜ ਘੱਟ ਮੇਜਰ ਕਰਦਾ ਪਿਆ। ਇਹਦਾ ਮਤਲਬ ਇਹ ਹੋ ਗਿਆ ਕਿ ਵੋਲਟ ਮੀਟਰ ਵਿਲ ਗਿਵ ਦ ਲੈਸ ਐਕੂਰੇਟ ਰੀਡਿੰਗ, ਕਿਉਂਕਿ ਉਹਦੀ ਆਪਣੀ ਰੈਜ਼ਿਸਟੈਂਸ ਇਨਫਾਈਨਾਈਟ ਨਹੀਂ ਹੈਗੀ, ਇਸ ਲਈ ਕਰੰਟ ਦਾ ਕੁਝ ਪੋਰਸ਼ਨ ਉਹ ਆਪ ਸਾਂਭ ਜਾਂਦਾ ਤੇ ਉਹ ਪੋਰਸ਼ਨ ਜਿਹੜਾ ਉਹਨੇ ਆਪ ਸਾਂਭ ਲਿਆ ਉਹ ਇਸ ਰੈਜ਼ਿਸਟਰ ਦੇ ਕ੍ਰਾਸ ਨਹੀਂ ਆ ਪਾਣਾ। ਇਸ ਲਈ ਇਸ ਰੈਜ਼ਿਸਟਰ 'ਚ ਵੋਲਟੇਜ ਪੂਰੀ ਨਹੀਂ ਸਾਨੂੰ ਮਿਲ ਪਾਈ, ਇਸ ਲਈ ਅਸੀਂ ਕਹਿੰਦੇ ਵੋਲਟ ਮੀਟਰ ਐਕੂਰੇਟ ਰੀਡਿੰਗ ਨਹੀਂ ਦੇ ਰਿਹਾ, ਠੀਕ ਹੈ ਜੀ। ਜਿੰਨੀ ਵੋਲਟੇਜ ਉਹ ਦਿਖਾਉਂਦਾ ਪਿਆ ਅਸਲ ਵੋਲਟੇਜ ਉਸ ਰੈਜ਼ਿਸਟਰ ਚੋਂ ਜ਼ਿਆਦਾ ਵਾ। ਜੇ AC ਨਾਲ ਵੋਲਟ ਮੀਟਰ ਲੱਗਿਆ ਉਹ 220 ਦਿਖਾਉਂਦਾ ਪਿਆ ਤੇ ਉੱਤੇ ਅਸਲ 'ਚ 220 ਨਾਲੋਂ 230 ਆਉਂਦੀ ਹੋਣੀ ਹੈ, ਠੀਕ ਹੈ, ਕਿਉਂਕਿ ਕੁਝ ਵੋਲਟੇਜ ਜਿਹੜੀ ਆ ਉਹ ਐਸਐਚ ਸ਼ੋ ਅਪ ਨਹੀਂ ਕਰਦਾ। ਪਰ ਜੇ ਇਹਦੀ ਜਗ੍ਹਾ ਤੇ ਅਸੀਂ ਐਸਐਚ ਵੋਲਟ ਮੀਟਰ ਦੀ ਥਾਂ ਤੇ ਪੋਟੈਂਸ਼ੀਅਲ ਮੀਟਰ ਲਗਾ ਦਈਏ, ਜਿਹੜਾ ਪੋਟੈਂਸ਼ੀਅਲ ਮੀਟਰ ਦਾ ਸਰਕਟ ਹੋਏਗਾ ਉਹ ਦੱਸਦੇ ਹੋਣੇ ਇਸ ਤੋਂ ਬਾਅਦ ਕੀ ਹੋਏਗਾ। ਜੇ ਪੋਟੈਂਸ਼ੀਅਲ ਮੀਟਰ ਲਾਣਾ ਫਿਰ ਅਸੀਂ ਇਹ ਮੰਨਦੇ ਕਿ ਇਹ ਇੱਕ ਤਰ੍ਹਾਂ ਆਈਡੀਅਲ ਵੋਲਟ ਮੀਟਰ ਦਾ ਕੰਮ ਕਰਦਾ, ठीक है, और ਇਹਦੇ ਅਕ੍ਰੋਸ ਆ 2 ਐਂਪੀਅਰ ਕੋਈ ਕਰੰਟ ਨਹੀਂ ਜਾਣਾ, 10 ਦਾ 10 ਹੀ ਅਸੀਂ ਮੰਨਦੇ ਕਿ ਇਹਦੇ ਕੋਲ ਗਿਆ, ਇਸ ਲਈ ਇਹ ਚ ਵੋਲਟੇਜ ਜਿਹੜੀ 10R ਬਣਦੀ ਸੀ ਇਹਨੇ 10R ਹੀ ਮੇਜਰ ਕਰਕੇ ਦਿਖਾਈ। ਇਸ ਲਈ ਵੋਲਟ ਮੀਟਰ ਨਾਲੋਂ ਪੋਟੈਂਸ਼ੀਅਲ ਮੀਟਰ ਵੋਲਟੇਜ ਨੂੰ ਮੇਜਰ ਕਰਨ ਲਈ ਜ਼ਿਆਦਾ ਐਕੂਰੇਟ ਗਿਣਿਆ ਜਾਂਦਾ, ਇਸ ਲਈ ਅਸੀਂ ਫਿਰ ਪੋਟੈਂਸ਼ੀਅਲ ਮੀਟਰ ਜਿਹੜਾ ਵਾ ਉਹ ਅਸੀਂ ਇਸ ਪਰਪਸ ਲਈ ਯੂਜ਼ ਕਰਦੇ ਪਏ। ਕਿਆ ਇੰਨੀ ਗੱਲ ਸਮਝ ਲੱਗੀ? यस सर। ਇੰਨਾ ਕਲੀਅਰ ਸਾਰਿਆਂ ਨੂੰ? ਕਰਾਂ ਕੰਟੀਨਿਊ? हाँ जी सर। चल किया और पोटेंशियोमीटर ਦਾ ਬੇਸਿਕ ਪ੍ਰਿੰਸੀਪਲ ਕੀ ਹੈ ਪਹਿਲੇ ਇਹ ਟੌਪਿਕ ਤਾਂ ਸਮਝਣਾ ਤੁਸੀਂ। ਇਹ ਜੇ ਅਸੀਂ ਇਹ ਸ਼ੋ ਕਰਨ ਲੱਗੇ ਐਸਐਚ ਦੇ ਸਰਕਟ ਦੇ ਅੰਦਰ ਇੱਕ ਰਿਓਸਟੈਟ ਹੋਏਗਾ, ਠੀਕ ਹੈ ਜੀ, ਉਹਨੇ ਇੱਕ 92 ਕੀ ਨਾਲ ਜੋੜੂਗਾ ਔਰ ਇੱਥੇ ਮੇਰੇ ਕੋਲ ਐਸਐਚ ਸਰਕਟ ਦੇ ਅੰਦਰ ਇੱਕ ਐਮੀਟਰ ਲੱਗਿਆ ਹੋਏਗਾ, ਇੱਕ ਮੇਰੇ ਕੋਲ ਸਰਕਟ ਦੇ ਅੰਦਰ ਬੈਟਰੀ ਲੱਗੀ ਹੋਏਗੀ, ਇੱਕ ਮੇਰੇ ਕੋਲ ਸਰਕਟ ਦੇ ਅੰਦਰ ਬੈਟਰੀ ਲੱਗੀ ਹੋਈ ਆ और इस पूरे अरेंजमेंट नु एक बैटरी जेडी सर्किट च करंट सप्लाई करू, एक एमीटर जेड़ा सर्किट च करंट शो करू, एक रियोस्टेट जेड़ा सर्किट दे अंदर करंट नु कंट्रोल करू और एक वन वे की जेड़ा सर्किट दे अंदर करंट नु स्विच ऑन ऑफ करू। चारां दे रोल दस दित्ते कहंदा जी अपने कोल की आने आ, ठीक है। हुन इस पूरे अरेंजमेंट नु ਅਸੀਂ ਕੀ ਕਰਾਂਗੇ ਐਸਐਚ ਕਹਿੰਦਾ ਜੀ इस पूरे अरेंजमेंट नु इस पोजीशन A ਤੋਂ ਐਸਐਚ ਕਹਿੰਦਾ ਜੀ ਵਾਇਰਸ ਨਾਲ ਅਟੈਚ ਕਰਾਂਗੇ। 4 ਅਸੀਂ ਪੀਸਿਸ ਵਾਇਰ ਦੇ ਲੈਣ ਲੱਗੇ 100 ਸੈਂਟੀਮੀਟਰ ਈਚ ਵਾਲੇ। ਇਹਦੇ ਵਿੱਚ ਅਸੀਂ 100 ਸੈਂਟੀਮੀਟਰ ਦੇ 4 ਵਾਇਰ, 5 ਵਾਇਰ, 6 ਵਾਇਰ, 8 ਵਾਇਰ ਜਿੰਨੀਆਂ ਮਰਜ਼ੀ ਲਾ ਸਕਦੇ, ਠੀਕ ਹੈ। ਜਿੰਨੀ ਲੌਂਗ ਲੈਂਥ ਹੋਏਗੀ ਉਨੀ ਡਿਵਾਈਸ ਦੀ ਐਕੂਰੇਸੀ ਵੱਧਦੀ ਆ। ਕਿਦਾਂ ਗੱਲ ਕਰਾਂਗੇ ਅੱਗੇ ਜਾ ਕੇ। ਇੱਥੇ ਤੁਸੀਂ ਕੀ ਕਰੋਗੇ, ਆ ਕਾਪਰ ਸਟ੍ਰਿਪ ਵਾ ਵਾਇਰ ਜਿਹੜੀ A ਤੋਂ ਲੈ ਕੇ B ਦੇ ਕ੍ਰਾਸ ਅਟੈਚ ਹੋਏਗੀ, ਇਹ ਵਾਇਰ ਹੁਣ ਵੀ ਮੇਰੀ ਕਾਂਸਟੈਂਟ ਹੈ ਨਹੀਂ ਆ ਮੈਂਗਾਨੀਜ਼ ਦੀ ਆ, ਠੀਕ ਹੈ। ਔਰ ਆ ਜਿਹੜੀਆਂ ਸਟ੍ਰਿਪ ਵਾ ਇਹ ਮੇਰੀਆਂ ਕਾਪਰ ਸਟ੍ਰਿਪ ਹੋਣੀਆਂ। ਇੱਕ 100 ਸੈਂਟੀਮੀਟਰ ਲੌਂਗ ਆ ਗਈ, 100 ਸੈਂਟੀਮੀਟਰ ਲੌਂਗ, ਫਿਰ ਇੱਕ ਵਾਇਰ ਆ ਗਈ 100 ਸੈਂਟੀਮੀਟਰ ਲੌਂਗ, ਫਿਰ ਇੱਕ ਮੇਰੇ ਕੋਲ ਵਾਇਰ ਆ ਗਈ, ठीक है जी। और 100 सेंटीमीटर लॉन्ग ਅਸੀਂ ਇੱਕ ਹੋਰ ਲੈ ਲਈ, 4 ਲੈ ਲਓ ਭਾਵੇਂ ਇੱਕ ਹੋਰ ਪੰਜਵੇਂ ਲਾ ਦਿਓ, ਕੋਈ ਗਲਤੀ ਨਹੀਂ, ठीक है जी। इस पूरे अरेंजमेंट ਨੂੰ ਅਸੀਂ ਐਸਐਚ ਕਹਿੰਦਾ ਜੀ ਇਸ ਕਾਪਰ ਸਟ੍ਰਿਪ ਦੇ ਥਰੂ ਜਿਹੜੀ ਆ ਰਿਓਸਟੈਟ ਜੋੜੀ ਆ, ਠੀਕ ਹੈ, ਇਹਦੇ ਨਾਲ ਅਟੈਚ ਕਰ ਦਿਓ। ਆ ਕੋਈ ਡਿਜ਼ਾਈਨ ਨਹੀਂ ਜਿੱਦਾਂ ਮਰਜ਼ੀ ਨੂੰ ਬਣਾ ਸਕਦੇ, ਠੀਕ ਹੈ। ਇੱਥੇ ਤੱਕ ਮੇਰੇ ਕੋਲ ਜਿਹੜੀ ਹੈਗੀ A ਤੋਂ ਲੈ ਕੇ ਆ ਪੁਆਇੰਟ ਦਾ ਨਾਮ B ਰੱਖ ਰਿਹਾ, ਇਹਦਾ ਨਾਮ B ਨਹੀਂ ਰੱਖ ਰਿਹਾ,
ठीक है जी। ए तो लैके इत्थे तक मेरी 100 सेंटीमीटर लॉन्ग वायर आ और इस सारी थावां ते आ मेरे कोल एक स्केल लगी हुई है। आ मेरी एक स्केल आ जाएगी जिहड़ी 100 सेंटीमीटर लॉन्ग स्केल आ, ठीक है। ਇਹਦੇ ਦੋਨੋਂ ਸਾਈਡਸ ਤੇ ਇਸ ਵੇਲੇ 100 सेंटीमीटर ਦੀ स्केल बनी हुई है। ਇਹਦੇ ਨਾਲ ਤੁਸੀਂ ਵਾਇਰ ਨੂੰ ਇਸ ਅਰੇਂਜਮੈਂਟ ਨੂੰ ਐਸਐਚ ਕੀ ਕਰੋਗੇ, ਇੱਕ ਵੋਲਟਮੀਟਰ ਨਾਲ ਅਟੈਚ ਕਰ ਦਿਓ ਔਰ ਵੋਲਟਮੀਟਰ ਦਾ ਦੂਜਾ ਐਂਡ ਜਿਹੜਾ ਵਾ ਉਹਨੂੰ ਅਸੀਂ ਐਸਐਚ ਜੌਕੀ ਦੇ ਨਾਲ ਅਟੈਚ ਕਰਤਾ, ਠੀਕ ਹੈ। ਜਿੱਥੇ ਅਸੀਂ ਉਸ ਐਰੋ ਨੂੰ ਘੁਮਾ ਕੇ ਜਿੱਥੇ ਵਾਇਰ ਦੇ ਉੱਤੇ ਐਰੋ ਕਿਸੇ ਪੁਆਇੰਟ ਤੇ ਦਿਖਾਵਾਂਗੇ, ਇਹਦਾ ਮਤਲਬ ਉੱਥੇ ਅਸੀਂ ਇੱਕ ਜੌਕੀ ਨੂੰ ਅਟੈਚ ਕੀਤਾ ਹੋਇਆ। ਐਰੋ ਦਾ ਮਤਲਬ ਆਪਣੇ ਆਪ ਚ ਜੌਕੀ ਵਾਲਾ ਉਹ ਪੈਨ ਟਾਈਪ ਮਟੀਰੀਅਲ ਹੋਏਗਾ ਜਿਹੜਾ ਵਾਇਰ ਦੇ ਉੱਤੇ ਸਲਾਈਡ ਕਰਦਾ ਰਹੇਗਾ। ਕਿਆ ਇਹਨਾਂ ਸਮਝ ਲੱਗਿਆ ਮੈਨੂੰ? ਯੈਸ ਸਰ। ਹੁਣ ਇਹਦੇ ਕੰਪੋਨੈਂਟ ਇੱਕ ਵਾਰੀ ਦੁਬਾਰਾ ਦੱਸ ਰਿਹਾ, ਠੀਕ ਹੈ ਜੀ। ਪੋਟੈਂਸ਼ੀਓਮੀਟਰ ਦਾ ਜਿਹੜੀ ਕੰਸਟਰਕਸ਼ਨ ਹੈਗੀ ਆ ਉਹਦੇ ਚ ਐਸਾ ਤੁਹਾਡੇ ਕੋਲ ਕੀ ਹੋ ਗਿਆ, A ਪੁਆਇੰਟ ਤੋਂ ਅਸੀਂ ਐਸਐਚ ਇੱਕ ਵੋਲਟਮੀਟਰ ਅਟੈਚ ਕਰ ਲਿਆ, ਠੀਕ ਹੈ। ਔਰ ਵੋਲਟਮੀਟਰ ਦੇ ਥਰੂ ਅਸੀਂ ਕਿਹਦਾ ਜੀ ਐਸਐਚ ਇੱਕ ਜੌਕੀ ਨੂੰ ਅਟੈਚ ਕੀਤਾ ਜਿਹੜੀ ਇਸ ਵਾਇਰ A ਤੋਂ ਲੈ ਕੇ B ਪੁਆਇੰਟ ਤੱਕ ਜਿਹੜੀ 400 ਸੈਂਟੀਮੀਟਰ ਵਾਇਰ ਆ, ਇਹਦੇ ਚ ਅਸੀਂ ਜੌਕੀ ਇੱਥੇ 0 ਸੈਂਟੀਮੀਟਰ ਤੇ 2 ਸੈਂਟੀਮੀਟਰ ਤੇ 20 ਸੈਂਟੀਮੀਟਰ ਤੇ 40 ਤੇ 140 ਤੇ 240 ਤੇ 340 ਤੇ ਇਦਾਂ ਪ੍ਰੈਸ ਕਰਾਂਗੇ। यानी वायर A तो लैके पॉइंट A तो पॉइंट B ਦੇ ਅੰਦਰ ਕਿਸੇ ਵੀ ਪੁਆਇੰਟ ਤੇ ਤੁਸੀਂ ਜੌਕੀ ਪ੍ਰੈਸ ਕਰਕੇ ਉਹਨੇ ਪੋਰਸ਼ਨ ਦੇ ਵਿੱਚ ਬਣਨ ਵਾਲੀ ਵੋਲਟੇਜ ਨੂੰ ਮੇਜ਼ਰ ਕਰਦੇ ਜਾਓਗੇ। ਲਾਈਨ ਫਿਰ ਰਿਪੀਟ ਕਰ ਰਿਹਾ, A ਪੁਆਇੰਟ ਤੇ ਅਸੀਂ ਵੋਲਟਮੀਟਰ ਦਾ ਇੱਕ ਸਿਰਾ ਲਾ ਲਿਆ, ਇੱਕ ਐਂਡ ਲਗਾਤਾ, ਜਿਹੜਾ ਦੂਸਰਾ ਵੋਲਟਮੀਟਰ ਦਾ ਐਂਡ ਆ ਜੌਕੀ ਦੇ ਨਾਲ ਜੁੜਿਆ ਹੋਇਆ, ਤੇ ਜੌਕੀ ਤੁਸੀਂ 2 ਸੈਂਟੀਮੀਟਰ ਤੇ ਪ੍ਰੈਸ ਕੀਤੀ ਕਿ 20 ਸੈਂਟੀਮੀਟਰ ਤੇ ਪ੍ਰੈਸ ਕੀਤੀ ਕਿ 210 ਸੈਂਟੀਮੀਟਰ ਤੇ ਪ੍ਰੈਸ ਕੀਤੀ, ਉਹਦੇ ਅਕੋਰਡਿੰਗਲੀ A ਤੋਂ ਲੈ ਕੇ ਉਸ ਪੁਆਇੰਟ ਤੱਕ ਜਿੰਨੀ ਲੈਂਥ ਹੋਏਗੀ, ਠੀਕ ਹੈ, ਉਹਨੇ ਪੋਰਸ਼ਨ ਦੇ ਵਿੱਚ ਕਿੰਨੀ ਵੋਲਟੇਜ ਬਣੀ ਆ ਉਹ ਵੋਲਟਮੀਟਰ ਦਿਖਾਉਂਦਾ ਜਾਓ, ਠੀਕ ਹੈ। ਜੇ ਮੈਂ ਜੌਕੀ A ਤੋਂ ਲੈ ਕੇ ਮਤਲਬ ਜੌਕੀ ਮੰਨ ਲਓ ਮੈਂ J ਵਾਲੀ ਇਸ 20 ਸੈਂਟੀਮੀਟਰ ਤੇ ਪ੍ਰੈਸ ਕੀਤੀ ਤੇ ਇਹਦਾ ਮਤਲਬ ਇਹ ਹੋਏਗਾ ਜੇ ਮੈਂ ਜੌਕੀ ਇੱਥੇ ਪ੍ਰੈਸ ਕੀਤੀ ਤੇ ਵਾਇਰ ਦੇ ਇੰਨੇ ਪੋਰਸ਼ਨ 'ਚ ਕਿੰਨੀ ਵੋਲਟੇਜ ਆ, ਵਾਇਰ ਦੇ ਇੰਨੇ ਪੋਰਸ਼ਨ 'ਚ ਕਿੰਨੀ ਵੋਲਟੇਜ ਆ ਉਹ ਮੇਰੇ ਵੋਲਟਮੀਟਰ ਨੇ ਦਿਖਾ ਦੇਣੀ। ਜੇ ਮੈਂ ਜੌਕੀ ਇੱਥੇ ਪ੍ਰੈਸ ਕਰੂੰਗਾ ਤੇ ਆ ਇੱਥੋਂ ਲੈ ਕੇ ਇੱਥੇ ਤੱਕ ਜਿਹੜੀ ਮੇਰੀ ਮੰਨ ਲਓ 130 ਸੈਂਟੀਮੀਟਰ ਵਾਇਰ ਹੋਏਗੀ ਤੇ ਇੰਨੇ ਪੋਰਸ਼ਨ 'ਚ ਕਿੰਨੀ ਵੋਲਟੇਜ ਆ, ਠੀਕ ਹੈ। ਇਸ ਚੀਜ਼ ਨੂੰ ਅਸੀਂ ਐਸਐਚ ਜੌਕੀ ਦੀ ਡਿਫਰੈਂਟ ਪੋਜੀਸ਼ਨ ਨਾਲ ਮੇਜ਼ਰ ਕਰਦੇ ਹਾਂ। ਇਹਨਾਂ ਸਮਝ ਲੱਗਿਆ? ਇੰਨਾ ਕਲੀਅਰ ਹੋਇਆ? ਯੈਸ ਸਰ। ਹਾਂਜੀ ਸਰ। ਹਾਂਜੀ ਸਰ। ਹੁਣ ਇਹਨੂੰ ਕੰਪਲੀਟ ਕਰ ਰਿਹਾ। ਹੁਣ ਇਹ ਕੰਸਟਰਕਸ਼ਨ ਆਪਣੀ ਕੰਪਲੀਟ ਹੋ ਗਈ, ਠੀਕ ਹੈ ਜੀ। ਕਿ ਇੱਕ ਬੈਟਰੀ ਆ ਗਈ ਸਰਕਟਸ ਕਰੰਟ ਨੂੰ ਸਪਲਾਈ ਕਰਨ ਲਈ, ਠੀਕ ਹੈ। ਕਿ ਐਮੀਟਰ ਆ ਗਿਆ ਕਰੰਟ ਨੂੰ ਨੋਟ ਕਰਨ ਲਈ, ਠੀਕ ਹੈ। ਰਿਓਸਟੈਟ ਸਰਕਟ ਦੇ ਅੰਦਰ ਰੈਜ਼ਿਸਟੈਂਸ ਨੂੰ ਚੇਂਜ ਕਰਕੇ ਕਰੰਟ ਨੂੰ ਕੰਟਰੋਲ ਕਰੇਗਾ ਔਰ ਬਣਦੇ ਕੀ ਮੇਰੀ ਜਿਹੜੀ ਸਰਕਟ ਚ ਕਰੰਟ ਨੂੰ ਸਵਿਚ ਆਨ ਆਫ ਕਰੇਗੀ, ਠੀਕ ਹੈ। ਔਰ ਕਰੰਟ ਫਲੋ ਕਰਨਾ A ਤੋਂ ਲੈ ਕੇ B ਤੱਕ ਇਸ ਵਾਇਰਸ ਦੇ ਥਰੂ, ਠੀਕ ਹੈ ਜੀ। ਹੁਣ ਜਦੋਂ ਵਾਇਰ ਚ ਕਰੰਟ ਫਲੋ ਕਰਦਾ ਤੇ ਵਾਇਰ ਦੀ ਕੁਛ ਨਾ ਕੁਛ ਰੈਜ਼ਿਸਟੈਂਸ ਹੋਣ ਕਰਕੇ ਅਸੀਂ ਕਹਿੰਦੇ ਜੀ ਕਿਆ ਹੋਏਗਾ, ਵਾਇਰ ਚ ਪੋਟੈਂਸ਼ੀਅਲ ਡਿਫਰੈਂਸ ਆਏਗਾ। ਮੈਂ ਫਿਰ ਉਹੀ ਲਾਈਨ ਬੋਲਦਾ ਪਿਆ ਕਿ ਜਿਹੜਾ ਆਪਾਂ ਪਿਛਲਾ ਸਰਕਟ ਆ ਬਣਾਇਆ ਆ ਆਰ ਰੈਜ਼ਿਸਟਰ ਦਿਖਾਈਏ ਨੂੰ ਆਪਾਂ ਇੱਕ ਨੂੰ ਜੀ ਬੈਟਰੀ ਨਾਲ ਅਟੈਚ ਕਰਤਾ 1 ਕੀ ਲਾਤੀ। ਜਦੋਂ ਪੁੱਤ ਤੁਸੀਂ ਇਹ ਕਹਿੰਦੇ ਹੋ ਕਿ ਵੀ ਇਸ ਰੈਜ਼ਿਸਟਰ ਚੋਂ ਕਰੰਟ ਪਾਸ ਕੀਤਾ, ਆ ਬੇਸਿਕਲੀ ਆਪਾਂ ਸਿੰਬੋਲਿਕਲੀ ਇਦਾਂ ਦਿਖਾ ਰਹੇ A ਤੋਂ B ਦੇ ਅੰਦਰ ਪੂਰੀ ਜਿਹੜੀ ਵਾਇਰ ਦੀ ਰੈਜ਼ਿਸਟੈਂਸ ਆ ਤੁਸੀਂ ਆ ਦਿਖਾ ਲਈ ਕਿ ਵੀ A ਤੋਂ B ਦੇ ਅੰਦਰ ਆ ਪੂਰੀ ਵਾਇਰ ਆ 400 ਸੈਂਟੀਮੀਟਰ ਲੌਂਗ, ਇਹਦੀ ਰੈਜ਼ਿਸਟੈਂਸ R ਵਾ। ਇੰਨੀ ਗੱਲ ਸਮਝ ਆਈ? ਹਾਂਜੀ ਸਰ। ਤੇ ਇਹ ਚ ਜਦੋਂ ਅਸੀਂ ਇਹ ਡਿਫਾਈਨ ਕੀਤਾ ਕਿ ਵੀ ਜਦੋਂ ਵਾਇਰ ਚ ਕਰੰਟ ਪਾਸ ਕਰਦੇ ਆ ਤੇ ਉਹ ਆਪਣੀ ਰੈਜ਼ਿਸਟਰ ਕਰਕੇ ਆਪਣੀ ਰੈਜ਼ਿਸਟੈਂਸ ਕਰਕੇ ਉਸ ਕਰੰਟ ਨੂੰ ਅਪੋਜ਼ ਕਰਦਾ, ਤੇ ਬੈਟਰੀ ਦੀ ਹੈਲਪ ਨਾਲ ਅਸੀਂ ਸਰਕਟ ਚ ਕਰੰਟ ਨੂੰ ਮੇਨਟੇਨ ਕਰਦੇ ਆ। ਤੇ ਬੈਟਰੀ ਐਸ ਸੱਚ ਅਸੀਂ ਫਿਰ ਕਹਿੰਦੇ ਕਿ ਵੀ ਸਰਕਟ ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਦੀ ਫਾਰਮ ਚ ਵਰਕ ਕਰਦੀ ਆ, ਠੀਕ ਹੈ। ਉਸੇ ਅਸੀਂ ਪੋਟੈਂਸ਼ੀਅਲ ਡਿਫਰੈਂਸ ਨੂੰ ਮੇਜ਼ਰ ਕਰਦੇ ਪਏ। ਕਿਆ ਆ ਗੱਲ ਸਮਝ ਆ ਰਹੀ? ਹਾਂਜੀ ਸਰ। ਹੁਣ ਇਸੇ ਦੇ ਬਿਹਾਫ ਦੇ ਉੱਤੇ ਆਪਾਂ ਇੱਥੇ ਵੀ ਉਹੀ ਸਾਰੇ ਵਰਡ ਲੈ ਕੇ ਗੱਲ ਕਰਦੇ ਪਏ। ਜਦੋਂ ਤੁਸੀਂ ਐਸਐਚ ਕੀ ਪ੍ਰੈਸ ਕਰ ਦਿੱਤੀ ਔਰ ਸਰਕਟ ਦੇ ਵਿੱਚ ਇੱਕ ਸੂਟੇਬਲ ਕਰੰਟ, ਠੀਕ ਹੈ, ਕਨੈਕਸ਼ਨ ਦਿਖਾਣੇ ਤੇ ਇਦਾਂ ਦਿਖਾਉਂਗੇ ਪੋਜ਼ਿਟਿਵ ਆ ਗਿਆ ਨੈਗੇਟਿਵ ਆ ਗਿਆ, ਕਰੰਟ ਪੋਜ਼ਿਟਿਵ ਤੋਂ ਨੈਗੇਟਿਵ ਚੱਲ ਰਿਹਾ, ਯਾਨੀ ਕਰੰਟ ਪੋਜ਼ਿਟਿਵ ਤੋਂ ਘੁੰਮ ਕੇ ਪੂਰੇ ਸਰਕਟ ਤੋਂ ਹੋ ਕੇ ਇਧਰੋਂ ਵੀ ਹੋ ਕੇ ਰਿਓਸਟੈਟ ਐਮੀਟਰ ਜੋ ਹੋ ਕੇ ਬੈਟਰੀ ਦੇ ਨੈਗੇਟਿਵ ਵੱਲ ਆ ਰਿਹਾ। ਔਰ ਜਦੋਂ ਐਮੀਟਰ ਦੇ ਸਾਈਨ ਦਵਾ ਕਰੰਟ ਹਮੇਸ਼ਾ ਪੋਜ਼ਿਟਿਵ ਤੋਂ ਨੈਗੇਟਿਵ ਵੱਲ ਉਤਰਦਾ ਵਾ, इस करके उपरला एंड जेड़ा एमीटर दा पॉजिटिव ते थर्ड एंड नेगेटिव कनेक्शन दिखाने जरूरी हुंदे है बेटा,
ठीक है। हुण जदों इस वायर चों करंट पास कीता A तो B तक करंट वायर च फ्लो करदा पिया, एमीटर मैनूं दिखा रिहा कि इस वेले 2 3 4 एंपीयर करंट हैगा। और जदों तुसीं कोई एक्सपेरिमेंट करना वा ते वायर दे विच करंट एक फिक्स्ड रहेगा, ठीक है। जे 2 एंपीयर है ते करंट 2 एंपीयर ते मेनटेन है। जे सर्किट च ड्यूरिंग एक्सपेरिमेंट करंट दी वैल्यू 2 दी थां ते 2.2 एंपीयर हो गई, तुसीं रियोस्टैट तो रेजिस्टेंस नूं एडजस्ट करके करंट नूं वापस 2 एंपीयर ते सैट करना। सारियां रीडिंग जो तुसी लैनियां ते उस एक्सपेरिमेंट दे अंदर एम मीटर दा करंट चेंज नहीं होएगा, करंट रिमेन टू बी कांस्टेंट। और करंट मैनू कांस्टेंट हैगा कि नहीं हैगा एम मीटर दिखांदा रहेगा। और जे करंट मेरा चेंज हो रहा तो रजिस्टर रियोस्टैट दी हेल्प नाल तुसी करंट नू सैट करोगे। गल समझ आ रही? यस सर। उस तो बाद हुण इहनू कंप्लीट कर रहे हैं, तेरी कंस्ट्रक्शन कंप्लीट है। हुण सिर्फ एक वर्ड रह गया अपने कोल इहदा मेन जिहड़ा प्रिंसिपल ऑफ पोटेंशियोमीटर। हुण लाइन ध्यान नाल समझियो, प्रिंसिपल ऑफ पोटेंशियोमीटर ये कहंदा फॉल ऑफ पोटेंशियल। आपां हुण तक वर्ड पोटेंशियल डिफरेंस बोलदे पए सीगे ते पोटेंशियल डिफरेंस दा एक नाम फॉल ऑफ पोटेंशियल होएगा। जिथे भी पोटेंशियोमीटर की कोई गल आएगी उत्थे पोटेंशियल डिफरेंस की जगह ते जिहड़ा वर्ड वो यूज करेगा वो होएगा फॉल ऑफ पोटेंशियल। मतलब एक ही है, फॉल ऑफ पोटेंशियल अक्रॉस पोटेंशियोमीटर वायर is always directly proportional to length of that portion of the wire provided current cross sectional area and nature of material of the wire remain constant। तीन चीज़ां नूं मैं कांस्टेंट किया। नंबर 1 कि भी सर्किट दे अंदर करंट कांस्टेंट आ, वो इस एम मीटर ते रियोस्टैट दी हेल्प नाल कांस्टेंट बना के रखांगे। दूजा वायर दा क्रॉस सैक्शनल एरिया, जिहड़ी मैं वायर यूज करांगा इहदा आ मूंह दा जिहड़ा एरिया यानी वायर दी मोटाई जिहड़ी आ, ठीक है, क्रॉस सैक्शनल एरिया जिहड़ा ए बी जिहड़ा आ 100 सेंटीमीटर लॉन्ग पीस आ वायर दा, अगला दा अगला दा अगला, ये सारे वायर दे पीसेस दे एरिया ऑफ क्रॉस सैक्शन कांस्टेंट होने चाहिए। तीजा नेचर ऑफ मटीरियल ऑफ द वायर, मतलब जे मैं आ कांस्टेंट एन मटीरियल दी वायर लिती आ ते आ मैंगानीज दी नहीं होएगी। सारे दे सारे पीसेस वायर दे सेम मटीरियल दे होने चाहिए ताकि उन्हां दी रेजिस्टिविटी सेम रहे। सो जदों सर्किट च करंट कांस्टेंट आ, वायर दा एरिया ऑफ क्रॉस सैक्शन कांस्टेंट आ, रो यानी रेजिस्टिविटी कांस्टेंट आ, उदों वायर दे किसी भी पोर्शन दे अंदर, किसी भी पोर्शन दा मतलब अक्रॉस एनी पोर्शन ऑफ द वायर, ठीक है, वायर दे किसी भी पोर्शन दे अंदर जिहड़ी वोल्टेज मेजर होएगी वो एसच उस पोर्शन दी लेंथ दे डायरेक्टली डिपेंडेंट होएगी। आ लाइन फिर रीड कर रहा, वायर दे किसी भी पोर्शन, कोई भी पोर्शन कितना मेजर करना, ए तो लैके जिथे भी जॉकी प्रेस की उत्थे तक दी लेंथ ओना पोर्शन, ठीक है जी। उस पोर्शन दे अंदर कितनी वोल्टेज है वो कहना जी उस पोर्शन दी लेंथ कितनी उत्ते डिपेंडेंट। जे इन्ने पोर्शन दी लेंथ लवां ते इहदी थां ते दूजे दी ए तो लैके इत्थे तक दी लेंथ लवां ते जे मैं लेंथ अगे नालों ज्यादा लित्ती आ ते इन्ने पोर्शन च जिहड़ी वोल्टेज आ वो भी कहंदा ज्यादा, ठीक है। इहदे नाल जिन्नी वायर दी मैं लेंथ ज्यादा लिंदा जावांगा, ठीक है, उस पोर्शन च वोल्टेज जिहड़ी मेजर होएगी ओदी वैल्यू भी वधदी जाएगी। मैं अपनी गल नूं जस्टिफाई करने एक एग्जांपल दे रहा। मान लो आ बैटरी मेरी 400 वोल्ट दी आ, 400 वोल्ट दी आपां बैटरी ले ली ते ए तो लैके बी दे अंदर 400 सेंटीमीटर मेरी वायर दी लेंथ हैगी आ। आपां ए मानदे पए कि रियोस्टैट दी कोई रेजिस्टेंस नहीं हैगी, सिर्फ और सिर्फ रजिस्टर ए तो बी दे क्रॉस आनी। ध्यान नाल समझ लो, एक बारी दसनी मैं चीज, ए तो बी दे अंदर जिहड़ी वायर लगी 400 सेंटीमीटर आ और इसे वायर दी रेजिस्टेंस आ। ਇਹਦਾ मतलब ਜਦੋਂ ਤੁਸੀਂ ਆ ਕਹਿੰਦੇ ਹੋ ਕਿ ਵੀ ਆ ਵਾਇਰ ਆ A ਤੋਂ B ਦੇ ਅੰਦਰ 400 ਸੈਂਟੀਮੀਟਰ ਲੌਂਗ ਔਰ ਇਹਨੂੰ ਇੱਕ ਬੈਟਰੀ ਨਾਲ ਅਟੈਚ ਕੀਤਾ ਜਿਹੜੀ 400 ਵੋਲਟ ਦੀ ਆ, ਤੇ ਜੇ ਇਸ ਵੇਲੇ ਤੇ ਪੂਰੀ ਕਨੈਕਟਿੰਗ ਵਾਇਰ ਦੇ ਕਿਸੇ ਥਾਂ ਤੇ ਕੋਈ ਵੋਲਟੇਜ ਡ੍ਰੌਪ ਨਹੀਂ ਹੋ ਰਿਹਾ, ਯਾਨੀ ਇਸ ਵਾਇਰ ਦੀ ਕੋਈ ਰੈਜ਼ਿਸਟੈਂਸ ਨਹੀਂ, ਤੇ 400 ਦੇ 400 ਵੋਲਟ ਦਾ ਵਰਕ ਡਨ ਜਿਹੜਾ ਵਾ, ਪੋਟੈਂਸ਼ੀਅਲ ਡਿਫਰੈਂਸ ਜਿਹੜਾ ਵਾ ਉਹ ਇਸ AB ਦੇ ਅਕ੍ਰੋਸ ਆਏਗਾ। यानी वायर दे 400 सेंटीमीटर दे विच 400 वोल्ट दा पोटेंशियल डिफरेंस आ रहा। क्या गल समझ आ रही? यस सर। सो इहदे अकॉर्डिंग ਆਪਾਂ ਇੱਥੇ ਚੱਲੀਏ, AB ਵਾਇਰ ਦੇ ਕ੍ਰੋਸ ਅਸੀਂ ਮੰਨਿਆ 400 ਵੋਲਟ ਡਿਵੈਲਪ ਹੋਏ ਆ। ਹੁਣ ਜੇ ਮੈਂ ਇਸ ਵੇਲੇ ਇਹ ਕਹਾਂ ਕਿ ਜੇ 400 ਵੋਲਟ 400 ਸੈਂਟੀਮੀਟਰ ਚ ਡਿਵਾਈਡ ਆ ਤੇ 1 ਸੈਂਟੀਮੀਟਰ ਦੇ ਵਿੱਚ
ठीक है 1 सेंटीमीटर वायर ਦੇ ਅੰਦਰ ਮੇਰੇ ਕੋਲ 1 ਵੋਲਟ ਪਰ ਸੈਂਟੀਮੀਟਰ ਆਊਗਾ। ਹਾਂਜੀ ਇਹਦਾ ਮਤਲਬ ਕੀ ਆ ਕਿ ਜੇ ਮੈਂ ਜੌਕੀ ਜਿਹੜੀ ਆ ਉਹ ਵਾਇਰ ਦੇ 1 ਸੈਂਟੀਮੀਟਰ ਦੇ ਇੱਥੇ ਪ੍ਰੈਸ ਕਰੂੰਗਾ, ਜਦੋਂ ਮੈਂ ਜੌਕੀ ਆ ਵਾਲੀ ਨੂੰ ਇਹਦੇ ਵਾਇਰ ਦੇ 1 ਸੈਂਟੀਮੀਟਰ ਤੇ ਪ੍ਰੈਸ ਕਰੂੰਗਾ ਤੇ ਮੇਰਾ ਵੋਲਟ ਮੀਟਰ ਉਦੋਂ ਮੈਨੂੰ 1 ਵੋਲਟ ਦੀ ਰੀਡਿੰਗ ਦੇਗਾ। ਤੇ ਜੇ ਮੈਂ ਜੌਕੀ ਇੱਥੇ 5 ਸੈਂਟੀਮੀਟਰ ਤੇ ਪ੍ਰੈਸ ਕੀਤੀ ਤੇ ਮੇਰਾ ਵੋਲਟ ਮੀਟਰ ਮੈਨੂੰ 5 ਵੋਲਟ ਦਿਖਾਏਗਾ। ਤੇ ਜੇ ਮੈਂ ਜੌਕੀ ਇੱਥੇ ਕਹਿੰਦਾ ਜੀ ਐਸਐਚ 220 ਸੈਂਟੀਮੀਟਰ ਤੇ ਪ੍ਰੈਸ ਕੀਤੀ ਤੇ ਮੈਨੂੰ ਉਹ 220 ਵੋਲਟ ਦਿਖਾਏਗਾ। ਇਹਦਾ ਮਤਲਬ ਕਿੰਨੀ ਵੋਲਟੇਜ ਬੈਟਰੀ ਮੈਨੂੰ ਵੋਲਟ ਮੀਟਰ ਸ਼ੋ ਆਫ ਕਰਦਾ ਪਿਆ ਉਹ ਡਿਪੈਂਡ ਕਰਦਾ ਪਿਆ ਵਾਇਰ ਦੀ ਤੁਸੀਂ A ਪੁਆਇੰਟ ਤੋਂ ਲੈ ਕੇ ਉਸ ਗਿਵਨ ਪੁਆਇੰਟ ਤੱਕ ਲੈਂਥ ਕਿੰਨੀ ਲੈ ਰਹੇ ਹੋ। ठीक है ਇਹਦਾ ਮਤਲਬ ਹੋ ਗਿਆ ਵੋਲਟੇਜ ਡਿਵੈਲਪ ਅਕ੍ਰੋਸ ਦਾ ਵਾਇਰ, ਵੋਲਟੇਜ ਡਿਵੈਲਪ ਅਕ੍ਰੋਸ ਦਾ ਵਾਇਰ, ਠੀਕ ਹੈ ਜਿਹਨੂੰ ਅਸੀਂ VAJ ਲਿਖਦੇ ਪਏ ਹਾਂ। ਮਤਲਬ A ਤੋਂ ਲੈ ਕੇ J ਪੁਆਇੰਟ ਤੱਕ ਜਿਹੜੀ ਵੋਲਟੇਜ ਮੈਜ਼ਰ ਹੋਈ ਇਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਲੈਂਥ ਆਫ दैट पोर्शन। क्या गल समझ आई? हाँ जी वो गुआच गए सारे? हाँ जी सर। तो फिर सुस्त कल ही हो गए। इधर ध्यान लाओ जरा। इमल वायर दे A तो लेके J पॉइंट तक जेडी वोल्टेज आनी आ वो वायर दे उन्नी लेंथ दे डायरेक्ट प्रोपोर्शनल। जिन्नी वो लेंथ बढ़ती जाएगी इमल उस पोर्शन च उन्नी ज्यादा वोल्टेज उस वोल्ट मीटर ने मेजर करी जानी। ਇਹਨੂੰ ਅਸੀਂ ਇਹ ਕਹਿ ਕੇ ਬੋਲਦੇ ਆ ਫਿਰ ਕਿ fall of potential across potentiometer wire is always directly proportional to length of that portion of the wire। कि वायर ਦਾ ਸੀ ਉਹ that portion ਕਿੰਨਾ ਲਿੱਤਾ ਉਹਦੇ ਹਿਸਾਬ ਨਾਲ ਉਹਨੇ ਵੋਲਟੇਜ ਮੇਜਰ ਕਰਕੇ ਦੇਣੀ ਹੈ। ਪ੍ਰੋਵਾਈਡਡ ਜਿਹੜੀਆਂ ਕੰਡੀਸ਼ਨਾਂ ਬੋਲੀਆਂ ਹੁਣ ਇਸ ਕੰਡੀਸ਼ਨ ਨੂੰ ਜੇ ਅਸੀਂ ਮੈਥਮੈਟਿਕਲੀ ਪ੍ਰੂਵ ਕਰਨਾ ਤਾਂ ਅਸੀਂ ਇਦਾਂ ਲਿਖਦੇ ਆ ਕਿ we know that ਜਿਹੜੀ ਵੋਲਟੇਜ ਵਾਇਰ 'ਚ ਡਿਵੈਲਪ ਹੁੰਦੀ ਉਹਦਾ ਫਾਰਮੂਲਾ ਹੁੰਦਾ IR। आई वायर च ਅਸੀਂ ਮੰਨਿਆ ਕਰੰਟ ਫਲੋ ਕਰਦਾ ਪਿਆ, ਵਾਇਰ ਚ ਕਰੰਟ I ਫਲੋ ਕਰਦਾ ਪਿਆ। A ਤੋਂ ਲੈ ਕੇ B ਤੱਕ ਜਿਹੜੀ ਵਾਇਰ ਆ ਉਹਦੀ ਰੈਜ਼ਿਸਟੈਂਸ R ਵਾ, ਠੀਕ ਹੈ। ਤੇ ਜੇ R ਨੂੰ ਮੈਂ ਅੱਗੇ ਲੈਂਥ ਦੀ ਫਾਰਮ ਚ ਲਿਖਣਾ ਤੇ ਆਪਾਂ ਪਿਛਲੇ ਚੈਪਟਰ ਜਿਹਦਾ ਫਾਰਮੂਲਾ ਪੜਿਆ ਹੋਇਆ ਦੀ ਥਾਂ ਤੇ ρ * L/A ਲਿਖ ਸਕਦੇ ਆ। ਕਲੀਅਰ ਆ? हाँ जी सर। ਇਸ ਵੇਲੇ ਆਪਾਂ ਕਹਿ ਰਹੇ ਵਾਇਰ ਚ ਕਰੰਟ ਕਾਂਸਟੈਂਟ ਚੱਲਦਾ ਪਿਆ। रो मेरे को सीगा कि भी जेडी नेचर ऑफ मटेरियल वायर यूज होया वो सीगा सारी थां ते सेम आ, यानी रो कांस्टेंट आ। वायर दा क्रॉस सेक्शनल एरिया सारी थां ते सेम होएगा यानी A कांस्टेंट आ। सो I रो ते A तिन्ने कांस्टेंट चुक के सिंगल कांस्टेंट भर दिन्ने यानी आ तीन कांस्टेंट आ इन्हां दी थां ते एक सिंगल कांस्टेंट आपां K लिख दिन्ने ते मेरे को फार्मूला आ गया VAJ = KL। ਤੇ k ਦੀ ਜੇ ਮੈਂ ਇਤੋਂ ਵੈਲਿਊ ਕੱਢਾਂ ਤੇ k ਅਸੀਂ ਕਿਹਨੂੰ ਕਹਿੰਦੇ ਆ ਆ ਸਮਝਿਓ k ਤੁਹਾਡੇ ਸਮਝਣ ਵਾਲੀ ਟਰਮ ਆ ਬੇਟਾ। k ਕਾਦੇ ਬਰਾਬਰ ਆ ਗਿਆ VAJ/L ਔਰ k ਨੂੰ ਅਸੀਂ ਨਾਮ ਦਿੰਨੇ ਆ that k is called as the potential gradient। potential gradient ਦਾ ਮਤਲਬ ਕੀ ਆ ਜੋ ਮੈਂ ਹੁਣੀ ਦੱਸਿਆ ਸੀ ਕਿ a ਤੋਂ ਲੈ ਕੇ ਠੀਕ ਹੈ ਜੇ j ਪੁਆਇੰਟ b ਤੇ ਹੁੰਦਾ ਤੇ a ਤੋਂ ਲੈ ਕੇ b ਦੇ ਅੰਦਰ 400 ਵੋਲਟ ਸੀਗੇ ਤੇ 400 ਸੈਂਟੀਮੀਟਰ ਨਾਲ ਮੈਂ ਉਹਨੂੰ ਡਿਵਾਈਡ ਕਰ ਲਵਾਂ। 1 ਸੈਂਟੀਮੀਟਰ ਚ ਜਿਹੜੀ ਵੋਲਟੇਜ ਇਹਨੇ ਮੇਜਰ ਕਰਨੀ ਆ 1 ਸੈਂਟੀਮੀਟਰ ਦੇ ਵਿੱਚ ਪੋਟੈਂਸ਼ੀਓਮੀਟਰ ਜਿਹੜੀ ਵੋਲਟੇਜ ਮੇਜਰ ਕਰਦਾ ਉਹਨੂੰ ਅਸੀਂ ਪੋਟੈਂਸ਼ੀਅਲ ਗ੍ਰੇਡੀਐਂਟ ਕਹਿੰਦੇ ਆ। ਔਰ ਦੂਜੇ ਪਾਸੇ ਬੋਲਾਂ ਤੇ ਇਹਨੂੰ ਅਸੀਂ ਪੋਟੈਂਸ਼ੀਓਮੀਟਰ ਦਾ ਲੀਸਟ ਕਾਊਂਟ ਕਹਿੰਦੇ ਆ। ਗੱਲ ਸਮਝ ਆ ਰਹੀ? ਇਹ ਪੋਟੈਂਸ਼ੀਓਮੀਟਰ ਦੀ ਟੋਟਲ ਵੋਲਟੇਜ ਲੈਂਥ ਨਾਲ ਡਿਵਾਈਡ ਕਰ ਲਓ ਤੇ ਇਹ ਪੋਟੈਂਸ਼ੀਓਮੀਟਰ ਦਾ ਲੀਸਟ ਕਾਊਂਟ ਆ ਰਿਹਾ। ਤੇ ਇਹ ਲੀਸਟ ਕਾਊਂਟ ਜੇ ਧਿਆਨ ਦਿਓ ਤੇ ਕਿਹਦੇ ਤੇ ਡਿਪੈਂਡ ਕਰ ਰਿਹਾ ਲੈਂਥ ਤੇ ਇਨਵਰਸਲੀ। ਇਹ ਮਤਲਬ ਜੇ ਮੈਂ ਲੈਂਥ ਦੀ ਵੈਲਿਊ ਵਧਾਉਂਦਾ ਚਲਾ ਜਾਵਾਂ ਤੇ ਮੇਰੇ ਡਿਵਾਈਸ ਦਾ ਲੀਸਟ ਕਾਊਂਟ ਹੋਰ ਛੋਟਾ ਹੋਈ ਜਾਣਾ ਤੇ ਜਿੰਨਾ ਲੀਸਟ ਕਾਊਂਟ ਛੋਟਾ ਹੁੰਦਾ ਜਾਏਗਾ ਇਹਦਾ ਮਤਲਬ ਆ ਡਿਵਾਈਸ ਉਹ ਹੋਰ ਛੋਟੀ ਤੋਂ ਛੋਟੀ ਰੀਡਿੰਗ ਤੁਹਾਨੂੰ ਮੇਜਰ ਕਰਕੇ ਦਿਖਾ ਸਕਦਾ। ਮੈਂ ਆਪਣੀ ਗੱਲ ਨੂੰ ਜਸਟੀਫਾਈ ਕਰ ਰਿਹਾ, ਗੱਲ ਸਮਝਿਓ ਧਿਆਨ ਨਾਲ। ਜੇ ਇੱਥੇ ਬੈਟਰੀ ਆਪਾਂ 400 ਵੋਲਟ ਦੀ ਹੀ ਰੱਖੀ ਹੋਵੇ ਤੇ ਇਹ ਕਹੀਏ A ਤੋਂ ਲੈ ਕੇ B ਦੇ ਅੰਦਰ ਵਾਇਰ ਦੀ ਲੈਂਥ 100 ਸੈਂਟੀਮੀਟਰ 400 नहीं कह रहा 100 सेंटीमीटर तो की होएगा ਹੁਣ 400 ਵੋਲਟ ਜਿਹੜੇ ਨੇ ਉਹ 100 ਸੈਂਟੀਮੀਟਰ ਚ ਡਿਵਾਈਡ ਕਰਾ ਤੇ 1 ਸੈਂਟੀਮੀਟਰ ਜਿਹੜੀ ਵੋਲਟੇਜ ਮੇਜਰ ਕਰੂਗਾ ਉਹ ਕਿੰਨੀ ਆ ਗਈ ਜੀ 4 ਵੋਲਟ। ਇਹਦਾ ਮਤਲਬ ਜਦੋਂ ਜੌਕੀ ਤੁਸੀਂ ਇੱਥੇ 1 ਸੈਂਟੀਮੀਟਰ ਤੇ ਪ੍ਰੈਸ ਕੀਤੀ ਨਾ ਤੇ ਤੁਸੀਂ ਰੀਡ 4 ਵੋਲਟ ਮੇਜਰ ਕੀਤੀ ਤੇ ਜੇ ਮੈਂ ਤੁਹਾਨੂੰ ਕਹਾਂ ਆਪਣੇ ਇਸ ਇਨਸਟਰੂਮੈਂਟ ਦੇ ਨਾਲ ਜਿਹਦੀ ਲੈਂਥ 100 ਸੈਂਟੀਮੀਟਰ ਆ ਇਹਦੇ ਨਾਲ ਤੁਸੀਂ ਮੈਨੂੰ 1 ਵੋਲਟ ਮੇਜਰ ਕਰਕੇ ਦਿਖਾ ਦਿਓ क्या कर पाओगे?
ਜਿਹੜਾ ਪੋਟੈਂਸ਼ੀਓਮੀਟਰ ਪੁੱਤ ਮੈਂ ਆਪਣੇ ਤੋਂ ਰੱਜ ਕੇ ਜਾਣ ਲਾ ਰਿਹਾ ਔਰ ਮੈਨੂੰ ਰਿਸਪੌਂਡ ਨਹੀਂ ਆ ਰਿਹਾ, ਮੈਂ ਤੁਹਾਨੂੰ ਦੱਸ ਦਿੱਤਾ ਜਿਹੜਾ ਵੋਲਟ ਮੀਟਰ ਤੁਸੀਂ ਵਰਤਦੇ ਪਏ ਹੋ ਜੇ ਉਹਦਾ ਕੇ ਮੈਂ ਕੱਢਾਂ ਇਸ ਫਾਰਮੂਲੇ ਨਾਲ ਕਿ 400 ਵੋਲਟ 100 ਸੈਂਟੀਮੀਟਰ ਚ ਡਿਵਾਈਡ ਹੁੰਦੇ ਹੋਣ ਤੇ 1 ਸੈਂਟੀਮੀਟਰ ਚ 4 ਵੋਲਟ ਆਏ ਤੇ 1 ਸੈਂਟੀਮੀਟਰ ਤੋਂ ਛੋਟੀ ਰੀਡਿੰਗ ਇਸ ਸਕੇਲ ਤੇ ਮੇਜਰ ਨਹੀਂ ਹੋਣੀ ਤੇ ਇਹਦਾ ਮਤਲਬ ਇਹ ਹੋ ਗਿਆ ਜੇ 1 ਸੈਂਟੀਮੀਟਰ ਤੋਂ ਥੱਲੇ ਹੋਰ ਸੈਂਟੀਮੀਟਰ ਮੇਜਰ ਨਹੀਂ ਹੋ ਰਹੇ ਤੇ ਫਿਰ 4 ਵੋਲਟ ਤੋਂ ਛੋਟੀ ਰੀਡਿੰਗ ਤੁਹਾਡਾ ਇਨਸਟਰੂਮੈਂਟ ਮੇਜਰ ਨਹੀਂ ਕਰ ਪਾਊਗਾ। ਪਰ ਜੇ ਮੈਂ ਵਾਇਰ ਦੀ ਲੈਂਥ 100 ਦੀ ਥਾਂ ਤੇ ਇੱਥੇ 400 ਸੈਂਟੀਮੀਟਰ ਕਰ ਲਵਾਂ, ਵਾਇਰ ਦੀ ਲੈਂਥ ਵਧਾ ਦਵਾਂ ਤੇ ਮੇਰੇ ਕੋਲ ਉਸ ਵੇਲੇ ਫਿਰ ਇਹਦੇ 1 ਸੈਂਟੀਮੀਟਰ ਚ 1 ਵੋਲਟ ਆਜੂ। ਹਾਂਜੀ ਸਰ। ਯੈਸ ਸਰ। ਇਹਦਾ ਮਤਲਬ ਜਿੰਨੀ ਵਾਇਰ ਦੀ ਲੈਂਥ ਵਧਾਉਣਾ ਪਿਆ ਉਹਨਾਂ ਲੀਸਟ ਕਾਊਂਟ ਛੋਟਾ ਹੁੰਦਾ ਜਾ ਰਿਹਾ ਤੇ ਲੀਸਟ ਕਾਊਂਟ ਛੋਟਾ ਹੋਣ ਦਾ ਮਤਲਬ ਆ ਤੁਹਾਡਾ ਪੋਟੈਂਸ਼ੀਓਮੀਟਰ ਜ਼ਿਆਦਾ ਸੈਂਸਿਟਿਵ ਹੁੰਦਾ ਜਾ ਰਿਹਾ। ਜ਼ਿਆਦਾ ਸੈਂਸਿਟਿਵ ਦਾ ਮਤਲਬ ਇਹ ਹੋ ਗਿਆ ਅੱਗੇ ਨਾਲੋਂ ਹੋਰ ਛੋਟੀ ਰੀਡਿੰਗ ਉਹ ਤੁਹਾਨੂੰ ਮੇਜਰ ਕਰਕੇ ਦਿਖਾ ਸਕਦਾ। ਇਸ ਲਈ ਜੇ ਡਿਵਾਈਸ ਦੀ ਪੋਟੈਂਸ਼ੀਓਮੀਟਰ ਦੀ ਸੈਂਸਿਟਿਵਨੈਸ ਨੂੰ ਮੈਂ ਵਧਾਣਾ ਵਾ, ਸੈਂਸਿਟਿਵਨੈਸ ਨੂੰ ਮੈਂ ਵਧਾਣਾ ਵਾ ਜਾਂ ਤਾਂ ਮੈਂ ਫਿਰ ਪੋਟੈਂਸ਼ੀਅਲ ਡਿਫਰੈਂਸ ਦੀ ਵੈਲਿਊ ਵਧਾਵਾਂ। ਜੇ ਮੈਂ ਪੋਟੈਂਸ਼ੀਅਲ ਡਿਫਰੈਂਸ ਯਾਨੀ ਬੈਟਰੀ ਦੀ ਵੋਲਟੇਜ ਨਹੀਂ ਚੇਂਜ ਕਰਨੀ ਤੇ ਮੈਂ ਆਪਣੀ ਵਾਇਰ ਦੀ ਲੈਂਥ ਜਿਹੜੀ ਆ ਠੀਕ ਹੈ ਜੀ ਫਿਰ ਉਹਨੂੰ ਕਹਿੰਦਾ ਜੀ ਵਧਾਉਂਦਾ ਚੱਲ ਜਾ। ਜਿੰਨੀ ਵਾਇਰ ਦੀ ਲੈਂਥ ਵੱਧਦੀ ਜਾਏਗੀ ਗਿਵਨ ਬੈਟਰੀ ਵਾਸਤੇ ਠੀਕ ਹੈ ਜੀ ਉਹਨਾਂ ਡਿਵਾਈਸ ਦਾ ਲੀਸਟ ਕਾਊਂਟ ਛੋਟਾ ਹੁੰਦਾ ਜਾਏਗਾ ਤੇ ਡਿਵਾਈਸ ਉਨਾ ਹੀ ਜ਼ਿਆਦਾ ਮੇਰਾ ਸੈਂਸਿਟਿਵ ਹੁੰਦਾ ਚਲਾ ਜਾਏਗਾ। क्या ਇੰਨੀ ਗੱਲ ਸਮਝ ਲੱਗੀ? ਹਾਂਜੀ ਸਰ। ਯੈਸ ਸਰ। ਚਲੋ ਇੱਥੇ ਹੁਣ ਗੱਲ ਸਮਝੋ ਧਿਆਨ ਨਾਲ, ਇੱਥੇ ਰੋਕ ਰਹੇ ਇਸ ਚੀਜ਼ ਨੂੰ। ਹੁਣ ਜਿਹੜੇ